ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਲੈਕਚਰ ਵਿੱਚ। ਅੱਜ ਦਾ ਲੈਕਚਰ ਬਹੁਤ ਹੀ ਮਹੱਤਵਪੂਰਨ ਹੋਣ ਜਾ ਰਿਹਾ ਹੈ ਕਿਉਂਕਿ ਅੱਜ ਅਸੀਂ ਜਿਓਗ੍ਰਾਫੀ ਸ਼ੁਰੂ ਕਰਨ ਲੱਗੇ ਹਾਂ। ਅਸੀਂ ਪਹਿਲਾਂ ਆਪਣੀਆਂ ਕਲਾਸਿਸ ਦੇ ਵਿੱਚ ਜਿਓਗ੍ਰਾਫੀ ਨੂੰ ਐਜ਼ ਏ ਸਬਜੈਕਟ ਪੜ੍ਹਦੇ ਰਹੇ ਹਾਂ, ਉੱਥੋਂ ਵੀ ਸਾਨੂੰ ਵਧੀਆ ਨੌਲੇਜ ਮਿਲੀ ਹੈ। ਤੇ ਪਰ ਜੇਕਰ ਅਸੀਂ ਜਿਵੇਂ NTSC ਲਾ ਲਓ, ਹੋਰ ਕੰਪੀਟੀਸ਼ਨ ਟੈਸਟ ਨੇ ਜਿਹੜੇ ਤੁਸੀਂ ਅੱਗੇ ਬਹੁਤ ਸਾਰੇ ਟੈਸਟ ਫੇਸ ਕਰੋਗੇ, ਉਹਨਾਂ ਦੇ ਵਿੱਚ ਜਿਓਗ੍ਰਾਫੀ ਇੱਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਹ ਸਬਜੈਕਟ ਬਹੁਤ ਇੰਪੋਰਟੈਂਟ ਹੈ ਤੇ ਇਸ ਕਰਕੇ ਸਾਨੂੰ ਜਿਓਗ੍ਰਾਫੀ ਨੂੰ ਰੱਟੇ ਲਾਉਣ ਦੀ ਬਜਾਏ ਸਮਝ ਕੇ ਪੜ੍ਹਨਾ ਬਹੁਤ ਜ਼ਰੂਰੀ ਹੈ। ਤਾਂ ਸਾਨੂੰ ਜਿਓਗ੍ਰਾਫੀ ਪੜ੍ਹਨ ਤੋਂ ਪਹਿਲਾਂ ਇੱਕ ਸਟ੍ਰੈਟਜੀ ਵੀ ਅਪਣਾਉਣੀ ਪੈਣੀ ਹੈ। ਜਿਵੇਂ ਕਿ ਜਿਓਗ੍ਰਾਫੀ ਨੂੰ ਅਸੀਂ ਅਗਰ 4 ਭਾਗਾਂ ਦੇ ਵਿੱਚ ਵੰਡ ਲਈਏ, ਜਿਹੜੀ ਭੂਗੋਲ ਹੈ ਸਾਡੀ, ਅਗਰ ਉਸ ਨੂੰ ਅਸੀਂ 4 ਭਾਗਾਂ ਵਿੱਚ ਵੰਡ ਲਈਏ ਤਾਂ ਉਹਦੇ ਹਰ ਇੱਕ ਭਾਗ ਦਾ ਚੰਗੀ ਤਰ੍ਹਾਂ ਅਸੀਂ ਅਧਿਐਨ ਕਰੀਏ, ਚੰਗੀ ਤਰ੍ਹਾਂ ਉਸ ਨੂੰ ਸਮਝੀਏ, ਤਾਂ ਮੈਨੂੰ ਲੱਗਦਾ ਹੈਗਾ ਆਪਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਇਹਦੀ ਤਿਆਰੀ ਹੋ ਸਕਦੀ ਹੈ ਆਪਣੀ। ਦੇਖੋ, ਜਿਵੇਂ ਕਿ 4 ਭਾਗਾਂ ਦੇ ਵਿੱਚ ਮੈਂ ਵੰਡਿਆ ਇਸ ਨੂੰ, ਜਿਓਗ੍ਰਾਫੀ ਨੂੰ ਮੋਸਟਲੀ ਐਸੇ ਤਰੀਕੇ ਨਾਲ ਹੀ ਕਰਨਾ ਚਾਹੀਦਾ ਹੈ। ਪਹਿਲਾ ਭਾਗ ਹੈਗਾ ਸਾਡਾ ਜਿਓਗ੍ਰਾਫੀ ਦਾ ਐਸਟਰੋਨੋਮੀ। ਐਸਟਰੋਨੋਮੀ ਦੇ ਵਿੱਚ ਥੋੜੀ ਬਹੁਤੀ ਐਸਟਰੋਲੋਜੀ ਵੀ ਆ ਜਾਂਦੀ ਹੈ, ਜੋ ਕਿ ਜੋਤਿਸ਼ ਵਗੈਰਾ ਪੜ੍ਹਦੇ ਨੇ। ਉਸ ਤੋਂ ਅਗਲਾ ਪਾਰਟ ਦੇਖੀਏ ਤਾਂ ਅਸੀਂ ਹੈਗਾ ਟੋਪੋਗ੍ਰਾਫੀ, ਉਦੋਂ ਅੱਗੇ ਹੈ ਜਿਓਲੋਜੀ, ਉਸ ਤੋਂ ਅੱਗੇ ਫਿਰ ਅਸੀਂ ਪੜ੍ਹਾਂਗੇ ਜਿਓਗ੍ਰਾਫੀ। ਦੇਖੋ, ਜੇਕਰ ਅਸੀਂ ਐਸਟਰੋਨੋਮੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਾਡੇ ਸਾਰੇ ਬ੍ਰਹਿਮੰਡ ਦਾ, ਆਸਮਾਨ ਦੇ ਵਿੱਚ ਜੋ ਕੁਛ ਸਾਨੂੰ ਤਾਰੇ ਵਗੈਰਾ ਦਿਖਾਈ ਦਿੰਦੇ ਨੇ, ਬੱਦਲ ਦਿਖਾਈ ਦਿੰਦੇ ਨੇ, ਜੋ ਕੁਛ ਵੀ ਆਉਂਦਾ ਹੈ, ਤੇ ਇਹਨਾਂ ਦਾ ਪਤਾ ਚੱਲਣਾ ਹੈ। ਟੋਪੋਗ੍ਰਾਫੀ ਦੇ ਵਿੱਚ ਸਾਨੂੰ ਧਰਤੀ ਦਾ ਜਿਹੜਾ ਉੱਪਰਲਾ ਭਾਗ ਹੈ, ਕਿਵੇਂ ਪਹਾੜ ਬਣੇ, ਸਮੁੰਦਰ ਕਿਵੇਂ ਕਟਾਵ ਹੋਇਆਗਾ, ਕਿਸ ਤਰੀਕੇ ਨਾਲ ਉੱਬੜ ਖਾਬੜ ਬਣੀ ਆ ਸਾਡੀ ਧਰਤੀ, ਉਹਦਾ ਪਤਾ ਚੱਲਣਾ ਹੈ। ਜਿਓਲੋਜੀ, ਜਿਵੇਂ ਸਾਡੀ ਧਰਤੀ ਹੈ, ਦੇਖੋ ਧਰਤੀ ਗੋਲ ਹੈ, ਸਾਨੂੰ ਅੰਦਰ ਦੇ ਜਿਹੜੇ ਇਹਦੇ ਧਰਤੀ ਦੇ ਭਾਗ ਨੇ ਉਹਨਾਂ ਦਾ ਅਧਿਐਨ ਕਰਨਾ ਪਊ ਜਿਓਲੋਜੀ ਦੇ ਵਿੱਚ, ਤੇ ਬਾਕੀ ਸਾਰਾ ਜਿਓਗ੍ਰਾਫੀ ਹੈ। ਹੁਣ ਇਹ ਅਸੀਂ ਇਸ ਦੇ 4 ਭਾਗ ਕਰ ਲਏ। ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਐਸਟਰੋਨੋਮੀ। ਐਸਟਰੋਨੋਮੀ ਬਹੁਤ ਹੀ ਇੰਪੋਰਟੈਂਟ ਭਾਗ ਹੈ ਆਪਣਾ ਇਸ ਦਾ, ਜਿਓਗ੍ਰਾਫੀ ਦਾ। ਐਸਟਰੋਨੋਮੀ ਆਪਾਂ ਸ਼ੁਰੂ ਕਰਾਂਗੇ ਅੱਜ। ਐਸਟਰੋਨੋਮੀ ਬਹੁਤ ਇੰਪੋਰਟੈਂਟ ਪਾਰਟ ਹੈ ਜਿਓਗ੍ਰਾਫੀ ਦਾ, ਤੇ ਇਸ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਸਮਝਣਾ ਹੈ। ਸਮਝਣਾ ਫਿਰ ਅਸੀਂ ਪੜ੍ਹਨਾ ਹੈ। ਜੇਕਰ ਅਸੀਂ ਐਸਟਰੋਨੋਮੀ ਪੜ੍ਹਨੀ ਹੈ ਤਾਂ ਇਹਦੇ ਲਈ ਸਾਨੂੰ ਸਭ ਤੋਂ ਪਹਿਲਾਂ ਪੜ੍ਹਨਾ ਪਵੇਗਾ, ਸਾਨੂੰ ਸਭ ਤੋਂ ਪਹਿਲਾਂ ਬ੍ਰਹਿਮੰਡ ਪੜ੍ਹਨਾ ਪਵੇਗਾ, ਜਿਸ ਨੂੰ ਕਿ ਇੰਗਲਿਸ਼ ਦੇ ਵਿੱਚ ਯੂਨੀਵਰਸ ਕਿਹਾ ਜਾਂਦਾ ਹੈ। ਸੁਪਰ ਕਲਸਟਰ, ਫਿਰ ਕਲਸਟਰ, ਫਿਰ ਅਸੀਂ ਗਲੈਕਸੀਜ਼ ਬਾਰੇ ਪੜ੍ਹਾਂਗੇ, ਸਾਡੀਆਂ ਜਿੰਨੀਆਂ ਆਕਾਸ਼ ਗੰਗਾ, ਅਸੀਂ ਕਿਹੜੀ ਆਕਾਸ਼ ਗੰਗਾ ਦੇ ਵਿੱਚ ਰਹਿੰਦੇ ਹਾਂ, ਫਿਰ ਇਹ ਪੜ੍ਹਾਂਗੇ। ਇਸ ਤੋਂ ਬਾਅਦ ਅਸੀਂ ਕੌਂਸਟੀਲੇਸ਼ਨ ਬਾਰੇ ਪੜ੍ਹਾਂਗੇ, ਜਿਸ ਨੂੰ ਕਿ ਪੰਜਾਬੀ ਦੇ ਵਿੱਚ ਤਾਰਾ ਮੰਡਲ ਕਿਹਾ ਜਾਂਦਾ ਹੈ। ਅੱਗੇ ਜੇ ਅਸੀਂ ਦੇਖੀਏ ਗਰੁੱਪ ਆਫ ਸਟਾਰਸ, ਜਿਹੜੇ ਜੋਤਿਸ਼ ਵਗੈਰਾ, ਜੋਤਿਸ਼ ਦਾ ਕੰਮ ਕਰਦੇ ਨੇ, ਗਰੁੱਪ ਆਫ ਸਟਾਰਸ, ਜਿਨ੍ਹਾਂ ਨੂੰ ਅਸੀਂ ਕਿਸਮਤ ਦੇ ਸਿਤਾਰੇ ਕਹਿ ਦਿੰਦੇ ਹਾਂ, ਇਹ ਚੀਜ਼ ਪੜ੍ਹਦੇ ਨੇ। ਉਸ ਤੋਂ ਬਾਅਦ ਫਾਈਨਲ ਸਾਡਾ ਪਾਰਟ ਆ ਗਿਆ ਜੀ ਸੋਲਰ ਸਿਸਟਮ। ਸੋਲਰ ਸਿਸਟਮ ਸਾਡਾ ਜਿਹੜਾ ਸਭ ਤੋਂ ਕਰੀਬੀ ਤਾਰਾ ਹੈ ਸੂਰਜ, ਉਸ ਦੇ 4 ਚੁਫੇਰੇ ਗ੍ਰਹਿ ਘੁੰਮਦੇ ਨੇ, ਠੀਕ ਹੈ ਜੀ। ਅਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਗ੍ਰਹਿ, ਜਿਹੜਾ ਕਿ ਧਰਤੀ ਸੂਰਜ ਦਾ ਹੀ ਇੱਕ ਗ੍ਰਹਿ ਹੈ, ਉਹਦੇ ਉੱਤੇ ਰਹਿੰਦੇ ਹਾਂ। ਇਹਦਾ ਅਧਿਐਨ ਕਰਾਂਗੇ, ਇਸ ਬਾਰੇ ਅਸੀਂ ਜਾਣਕਾਰੀ ਹਾਸਲ ਕਰਾਂਗੇ। ਦੇਖੋ ਬੱਚਿਓ, ਆਪਾਂ ਅੱਜ ਆਪਣੀ ਐਸਟਰੋਨੋਮੀ ਸ਼ੁਰੂ ਕਰਨ ਜਾ ਰਹੇ ਹਾਂਗੇ। ਐਸਟਰੋਨੋਮੀ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੀ ਕਿਹਾ ਹੈਗਾ, ਅਸੀਂ ਸਭ ਤੋਂ ਪਹਿਲਾਂ ਅਧਿਐਨ ਕਰਨਾ ਹੈਗਾ ਬ੍ਰਹਿਮੰਡ ਦਾ। ਐਸਟਰੋਨੋਮੀ ਦੇ ਵਿੱਚ ਅਸੀਂ ਬ੍ਰਹਿਮੰਡ
ਬਾਰੇ ਗੱਲ ਕਰੀਏ ਜੇਕਰ, ਤਾਂ ਜਿੱਥੋਂ ਤੱਕ ਸਾਡੀ ਆਸਮਾਨ ਵੱਲ ਨਿਗਾਹ ਜਾਂਦੀ ਹੈ ਉਹ ਸਾਰਾ ਬ੍ਰਹਿਮੰਡ ਹੈ, ਸਾਰਾ ਯੂਨੀਵਰਸ ਹੈ। ਸਾਨੂੰ ਇਹ ਵੀ ਪਤਾ ਹੈ ਬ੍ਰਹਿਮੰਡ ਦੀ ਉਤਪਤੀ ਕਿਵੇਂ ਹੋਈ, ਕਿ ਇੱਕ ਬਲੈਕ ਹੋਲ ਉਹਦੇ 'ਚ ਬਲਾਸਟ ਹੁੰਦਾ ਹੈਗਾ, ਉਸ ਦੇ ਵਿੱਚੋਂ ਜਿਹੜੀਆਂ ਆਕਾਸ਼ ਗੰਗਾਸ ਨੇ ਅੱਜ ਆਪਣੀਆਂ ਗਲੈਕਸੀਜ਼ ਨੇਗੀਆਂ, ਇਹਨੂੰ ਆਪਾਂ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਵਿਸਤਾਰ ਨਾਲ ਪੜ੍ਹਨਾ ਹੈਗਾ। ਉਹ ਬਲੈਕ ਹੋਲ ਕੀ ਸੀ? ਇੱਕ ਤਾਰਾ ਸੀ, ਠੀਕ ਹੈ ਜੀ। ਤਾਂ ਇਸ ਲਈ ਸਾਨੂੰ ਸਭ ਤੋਂ ਪਹਿਲਾਂ ਤਾਰੇ ਬਾਰੇ ਪੜ੍ਹਨਾ ਪੈਣਾ ਹੈ। ਤਾਰੇ ਦਾ ਅਧਿਐਨ ਕਰਨਾ, ਤਾਰੇ ਦੀ ਜਾਣਕਾਰੀ ਹਾਸਲ ਕਰਨਾ ਸਾਡੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਤੇ ਇੱਧਰ ਦੇਖੋ, ਇਹ ਆਪਣਾ ਹੈਗਾ ਸਭ ਤੋਂ ਪਹਿਲਾਂ ਅਸੀਂ ਸਟਾਰ ਬਾਰੇ ਪੜ੍ਹਾਂਗੇ, ਜਿਸ ਨੂੰ ਕਿ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਤਾਰਾ। ਹੁਣ ਸਟਾਰ ਦੀ ਅਗਰ ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਸਟਾਰ ਆਸਮਾਨ ਵਿੱਚ ਘੁੰਮਦੀ ਹੋਈ ਉਸ ਚੀਜ਼ ਨੂੰ ਕਿਹਾ ਜਾਂਦਾ ਜਿਸ ਕੋਲ ਆਪਣੀ ਹੀਟ ਹੋਵੇ ਤੇ ਆਪਣੀ ਲਾਈਟ ਹੋਵੇ। ਜਿਸ ਗ੍ਰਹਿ ਕੋਲ ਆਪਣੀ ਹੀਟ, ਆਪਣੀ ਗਰਮੀ ਹੈ ਤੇ ਆਪਣੀ ਲਾਈਟ ਹੈ, ਆਪਣੀ ਰੋਸ਼ਨੀ ਹੈ, ਆਪਣਾ ਪ੍ਰਕਾਸ਼ ਹੈ, ਤਾਂ ਉਸ ਨੂੰ ਅਸੀਂ ਸਟਾਰ ਕਹਿ ਦਿੰਦੇ ਹਾਂ। ਉਹ ਸਟਾਰ ਹੁੰਦਾ ਹੈ ਜਿਵੇਂ ਕਿ ਸਾਡਾ ਸੂਰਜ, ਜਿਹੜਾ ਸਾਡਾ ਸੂਰਜ ਹੈ ਇਹ ਇੱਕ ਤਾਰਾ ਹੈ। ਹੁਣ ਤੁਸੀਂ ਕੀ ਸੋਚਦੇ ਹੋ ਬਈ, ਜੇ ਸੂਰਜ ਇੱਕ ਤਾਰਾ ਹੈ ਤਾਂ ਸਾਨੂੰ ਰਾਤ ਨੂੰ ਕਿਉਂ ਨਹੀਂ ਦਿਖਾਈ ਦਿੰਦਾ? ਇਹ ਸਾਨੂੰ ਰਾਤ ਨੂੰ ਇਸ ਕਰਕੇ ਨਹੀਂ ਦਿਖਾਈ ਦਿੰਦਾ, ਜਿਹੜੇ ਸਾਨੂੰ ਸਟਾਰਸ ਰਾਤ ਨੂੰ ਦਿਖਾਈ ਦਿੰਦੇ ਨੇ ਉਹ ਸਾਡੇ ਤੋਂ ਬਹੁਤ ਜ਼ਿਆਦਾ ਦੂਰ ਨੇ, ਬੜੀ ਦੂਰ ਨੇ। ਤੇ ਇਹ ਸੂਰਜ ਜਿਹੜਾ ਹੈ ਇਹ ਸਾਡਾ ਸਭ ਤੋਂ ਨੇੜੇ ਦਾ ਤਾਰਾ ਹੈ। ਦੇਖੋ, ਸੂਰਜ ਤੋਂ ਬਾਅਦ ਚ ਇੱਕ ਆਉਂਦਾ ਆਪਣਾ ਪ੍ਰੋਕਸੀਮਾ ਸੈਂਟਰੀ। ਪ੍ਰੋਕਸੀਮਾ ਸੈਂਟਰੀ, ਇਹ ਤਾਰਾ ਦੂਜਾ ਤਾਰਾ ਹੈ ਜਿਹੜਾ ਕਿ ਸਾਡੇ ਤੋਂ, ਸੂਰਜ ਦਾ ਇਹ ਸਭ ਤੋਂ ਨੇੜੇ ਦਾ ਤਾਰਾ ਹੈ ਔਰ ਸਾਡੇ ਤੋਂ ਦੂਜਾ ਤਾਰਾ ਸੂਰਜ ਤੋਂ ਬਾਅਦ ਚ ਜਿਹੜਾ ਸਾਡੇ ਨੇੜੇ ਹੈ। ਔਰ ਦੇਖੋ, ਸੂਰਜ ਕੋਲੇ ਆਪਣੀ ਹੀਟ ਹੈ, ਆਪਣੀ ਗਰਮੀ ਹੈ, ਸੂਰਜ ਕੋਲੇ ਆਪਣੀ ਰੋਸ਼ਨੀ ਹੈ, ਆਪਣੀ ਲਾਈਟ ਹੈ। ਇਸ ਕਰਕੇ ਇਹ ਦੋਨੋਂ ਚੀਜ਼ਾਂ ਦੇ ਉੱਪਰ ਖਰਾ ਉਤਰਦਾ ਹੈ, ਰੋਸ਼ਨੀ ਅਤੇ ਲਾਈਟ ਵਾਲੀ ਤੇ। ਇਸ ਕਰਕੇ ਸੂਰਜ ਇੱਕ ਤਾਰਾ ਹੈ। ਤੁਹਾਡੇ ਵਿੱਚੋਂ ਦੱਸੋਗੇ ਬਈ ਕਿ ਮੂਨ, ਚੰਦ ਇੱਕ ਤਾਰਾ ਹੈ ਜਾਂ ਨਹੀਂ? ਵੈਰੀ ਗੁੱਡ, ਚੰਦ ਤਾਰਾ ਨਹੀਂ, ਕਿਉਂਕਿ ਚੰਦ ਕੋਲੇ ਨਾ ਤਾਂ ਆਪਣੀ ਗਰਮੀ ਹੈ ਔਰ ਨਾ ਹੀ ਰੋਸ਼ਨੀ ਹੈ। ਜਿਹੜੀ ਰੋਸ਼ਨੀ ਹੈ ਇਹ ਰਾਤ ਨੂੰ ਜਿਹੜਾ ਚਮਕਦਾ ਹੈ ਚੰਦ, ਰੋਸ਼ਨੀ ਇਹ ਸੂਰਜ ਕੋਲੋਂ ਮਿਲਦੀ ਹੈ ਚੰਦ ਨੂੰ। ਹੁਣ ਦੇਖੋ ਜੀ, ਇਹ ਤਾਂ ਹੈਗੀ ਸੀ ਆਪਣੇ ਸਟਾਰ ਦੀ ਡੈਫੀਨੇਸ਼ਨ। ਸਟਾਰ ਕਿਸ ਨੂੰ ਕਿਹਾ ਜਾਂਦਾ ਹੈ? ਅੱਗੇ ਦੇਖੋ ਜੀ, ਆਪਾਂ ਦੇਖਦੇ ਹਾਂ ਸਟਾਰ ਬਣਦਾ ਕਿਵੇਂ ਹੈ, ਸਟਾਰ ਹੋਂਦ ਦੇ ਵਿੱਚ ਕਿਵੇਂ ਆਉਂਦਾ ਹੈ। ਮੈਂ ਇਸ ਨੂੰ ਇਰੇਜ਼ ਕਰ ਦਿੰਦਾ, ਆਪਾਂ ਐਸੇ ਬੋਰਡ ਤੇ ਕਰਾਂਗੇ ਜਿੰਨਾ ਵੀ ਆਪਣਾ ਕੰਮ ਕਰਿਆ। ਹਾਂਜੀ, ਜੇਕਰ ਆਪਾਂ ਸਟਾਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਸਮਾਨ ਦੇ ਵਿੱਚ ਆਪਾਂ ਦੇਖੀਏ, ਇੱਕ ਮਿੰਟ, ਗੈਸਾਂ ਨੇ। ਸਭ ਤੋਂ ਪਹਿਲਾਂ ਆਸਮਾਨ ਦੇ ਵਿੱਚ ਇੱਕ ਗੈਸਾਂ ਦਾ ਗੋਲਾ ਬਣਦਾ ਹੈ। ਇਸ ਗੋਲੇ ਦੇ ਵਿੱਚ ਜਿਹੜੀਆਂ ਗੈਸਸ ਹੁੰਦੀਆਂ ਨੇਗੀਆਂ ਇਹ ਬੜੀ ਦੂਰ ਹੁੰਦੀਆਂ ਨੇ, ਨੇੜੇ ਨਹੀਂ ਹੁੰਦੀਆਂ, ਜਿਸ ਕਰਕੇ ਇਸ ਨੂੰ
ਅਸੀਂ ਵਿਰਲੀਆਂ ਗੈਸਾਂ ਦਾ ਗੋਲਾ ਕਹਿ ਦਿੰਦੇ ਹਾਂ। ਵਿਰਲੀਆਂ ਗੈਸਾਂ ਦਾ ਗੋਲਾ, ਇਸ ਨੂੰ ਅਸੀਂ ਇੰਗਲਿਸ਼ 'ਚ ਕਹਿ ਦਿਆਂਗੇ ਰੇਅਰ ਗੈਸਿਸ। ਹੁਣ ਦੇਖੋ ਜੀ, ਇਹ ਗੈਸਿਸ ਨੇ, ਇਹ ਦੂਰ 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 ਘੁੰਮੀ ਆ ਰਹੀਆਂ ਨੇ, ਪਰ ਕੀ ਹੁੰਦਾ ਹੈ, ਗ੍ਰੈਵਿਟੇਸ਼ਨ ਦੀ ਵਜ੍ਹਾ ਨਾਲ ਇਹ ਇੱਕ ਦੂਜੇ ਦੇ ਨੇੜੇ ਆਉਣਾ ਸ਼ੁਰੂ ਹੋ ਜਾਂਦੀਆਂ ਨੇ। ਇਹ ਗੈਸਿਸ ਇੱਕ ਦੂਜੇ ਦੇ ਨੇੜੇ ਆਉਣਾ ਸ਼ੁਰੂ ਹੋ ਜਾਂਦੀਆਂ ਨੇ, ਜਿਸ ਕਰਕੇ ਇਹ ਦੇਖੋ ਤੁਸੀਂ, ਇਹਨਾਂ ਗੈਸਾਂ ਤੋਂ ਅੱਗੇ ਜਦੋਂ ਇਹ ਨੇੜੇ ਨੇੜੇ ਆਉਣ ਸ਼ੁਰੂ ਹੋ ਜਾਂਦੀਆਂ ਨੇ ਇਸ ਤਰੀਕੇ ਨਾਲ, ਇਹ ਕੋਸੈਂਟਰਲਾਈਜ਼ ਹੋ ਜਾਂਦੀਆਂ ਨੇ। ਇਹ ਗੈਸਾਂ ਨੇੜੇ ਆਉਣੀਆਂ ਸ਼ੁਰੂ ਹੋ ਗਈਆਂ ਤੇ ਇਹਨਾਂ ਦਾ ਇੱਕ ਸੈਂਟਰ ਬਣ ਗਿਆ, ਤੇ ਇਸ ਨੂੰ ਕਿਹਾ ਜਾਂਦਾ ਹੈ, ਦੇਖੋ ਇਹ ਗੈਸਿਸ ਦੂਰੋਂ ਇੱਕ ਦੂਜੀ ਨਾਲ ਨੇੜੇ ਕਿਵੇਂ ਆਈਆਂ, ਗ੍ਰੈਵਿਟੇਸ਼ਨ ਦੇ ਨਾਲ। ਠੀਕ ਹੈ ਜੀ, ਇਹਨਾਂ ਦਾ ਇੱਕ ਆਪਣਾ ਸੈਂਟਰ ਬਣ ਗਿਆ, ਸਕੇਂਦਰਿਤ ਹੋ ਗਈਆਂ, ਇਹ ਕੋਸੈਂਟਰਲਾਈਜ਼ ਹੋ ਗਈਆਂ ਤੇ ਇਹ ਘੁੰਮਣ ਲੱਗ ਗਿਆ। ਇਹ ਹਲੇ ਵੀ ਇੱਕ ਦੂਜੀ ਦੇ ਅੱਗੇ ਆ ਰਹੀਆਂ ਨੇ ਗੈਸਿਸ। ਤਾਂ ਇਸ ਨੂੰ ਅਸੀਂ, ਇਹ ਤਾਰਾ ਬਣਨ ਤੋਂ ਪਹਿਲਾਂ ਦੀ ਘਟਨਾ ਹੁੰਦੀ ਹੈ ਜਿਹੜੀ, ਇਸ ਨੂੰ ਅਸੀਂ ਨੈਬੂਲਾ ਕਹਿੰਦੇ ਆ। ਨੈਬੂਲਾ, ਤੇ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਨਿਹਾਰਿਕਾ ਕਹਿ ਦਿੰਦੇ ਹਾਂ। ਨਿਹਾਰਿਕਾ, ਠੀਕ ਹੈ ਜੀ। ਹੁਣ ਦੇਖੋ, ਜਦੋਂ ਕੋਈ ਚੀਜ਼ ਇੱਕ ਦੂਜੇ ਦੇ ਨੇੜੇ ਆਉਂਦੀ ਰਹਿੰਦੀ ਹੈ, ਜਿਵੇਂ ਜਿਵੇਂ ਨੇੜੇ ਨੇੜੇ ਆਈ ਗਈ ਤਾਂ ਉਹਨਾਂ ਦੇ ਵਿੱਚ ਹੀਟ ਪੈਦਾ ਹੁੰਦੀ ਹੈ, ਗਰਮੀ ਪੈਦਾ ਹੋ ਜਾਂਦੀ ਹੈ। ਇਹ ਗੈਸਿਸ ਨੇੜੇ ਆਈ ਗਈਆਂ, ਇਹਨਾਂ ਦੇ ਗੋਲਾ ਬਣ ਗਿਆ, ਘੁੰਮਣਾ ਸ਼ੁਰੂ ਕਰਤਾ, ਇਹਨਾਂ ਦੇ ਵਿੱਚ ਹੀਟ ਪੈਦਾ ਹੋ ਗਈ, ਗਰਮੀ ਪੈਦਾ ਹੋ ਗਈ। ਗਰਮੀ ਜਦੋਂ ਪੈਦਾ ਹੋਈ ਤਾਂ ਇਹਦੇ ਵਿੱਚ ਅੱਗ ਲੱਗ ਜਾਂਦੀ ਹੈ। ਜਦੋਂ ਇਸ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਇਹ ਇੱਕ ਸਟਾਰ ਬਣ ਜਾਂਦਾ ਹੈ। ਤਾਂ ਇਹ ਨਿਹਾਰਿਕਾ ਤੋਂ ਬਣ ਜਾਂਦਾ ਹੈ ਸਟਾਰ। ਇਹ ਹੈ ਤਾਰਾ। ਹੁਣ ਦੇਖੋ ਜੀ, ਇਹਦੇ ਵਿੱਚ ਆਪਣੀ ਜਿਹੜੀ ਨਿਹਾਰਿਕਾ ਹੈ, ਇੱਥੇ ਗਰਮੀ ਪੈਦਾ ਹੋਈ, ਅੱਗ ਲੱਗੀ। ਕਿਵੇਂ? ਕਿਉਂਕਿ ਇੱਧਰ ਦੇਖੋ, ਇਹਦੇ ਵਿੱਚ ਹਾਈਡਰੋਜਨ ਤੋਂ ਹੀਲੀਅਮ ਜਿਹੜੀਆਂ ਇਹ ਗੈਸਿਸ ਨੇ, ਇਹਨਾਂ 'ਚ ਨਿਊਕਲੀਅਰ ਫਿਊਜ਼ਨ ਹੁੰਦਾ ਹੈ, ਮਿਸ਼ਰਣ ਹੁੰਦਾ ਹੈਗਾ, ਤੇ ਉਸ ਤੋਂ ਬਾਅਦ 'ਚ ਕੀ ਹੁੰਦਾ ਹੈ, ਇਹਦੇ ਵਿੱਚ ਅੱਗ ਪੈਦਾ ਹੋ ਜਾਂਦੀ ਹੈ। ਹੁਣ ਜੇਕਰ ਇੱਥੇ ਕੁਐਸਚਨ ਕਈ ਬਣਦੇ ਨੇਗੇ ਆਪਣੇ ਕੋਲੇ ਨਿਹਾਰਿਕਾ ਵਾਲੇ 'ਚ, ਇਸ ਪਾਰਟ ਦੇ ਵਿੱਚ, ਕਿ ਇਹਦੇ ਵਿੱਚ ਕਿਹੜੀ ਗੈਸ ਹੁੰਦੀ ਹੈ? ਹਾਈਡਰੋਜਨ। ਔਰ ਹਾਈਡਰੋਜਨ ਕਿਸ ਗੈਸ ਦੇ ਵਿੱਚ ਬਦਲਦੀ ਹੈ? ਹੀਲੀਅਮ ਦੇ ਵਿੱਚ। ਹੁਣ ਦੇਖੋ ਜੀ, ਇਹਦੇ ਵਿੱਚ ਜੋ ਅੱਗ ਲੱਗ ਜਾਂਦੀ ਹੈ, ਇਹਦੇ ਵਿੱਚ ਈਂਧਣ ਪੈਦਾ ਹੋ ਜਾਂਦਾ। ਈਂਧਣ ਜਿਹੜਾ ਫਿਊਲ ਕਹਿ ਦਿੰਦੇ ਆ, ਉਹ ਐਸੇ ਗੈਸ ਦੇ ਕਾਰਨ ਹੀ ਪੈਦਾ ਹੁੰਦਾ ਹੈ। ਹਾਈਡਰੋਜਨ ਤੋਂ ਹੀਲੀਅਮ ਦਾ ਮਿਸ਼ਰਣ ਹੁੰਦਾ ਹੈਗਾ, ਜਿਸ ਕਰਕੇ ਇੱਥੇ ਗਰਮੀ ਪੈਦਾ ਹੋ ਜਾਂਦੀ ਹੈ, ਅੱਗ ਪੈਦਾ ਹੋ ਜਾਂਦੀ ਹੈ। ਔਰ ਜਦੋਂ ਇੱਥੇ ਗਰਮੀ ਪੈਦਾ ਹੋ ਜਾਂਦੀ ਹੈ ਜਾਂ ਇਹਦੀ ਰੋਸ਼ਨੀ, ਜਦੋਂ ਅੱਗ ਮੱਚੂਗੀ, ਦੇਖੋ ਆਪਣੇ ਗੈਸਸ ਨੇ ਜਿਹੜੀਆਂ, ਆਪਣੇ ਰਸੋਈ ਗੈਸ ਹੈ, ਰਸੋਈ ਗੈਸ ਦੇ ਵਿੱਚ ਕੀ ਹੁੰਦਾ ਹੈ, ਜਦੋਂ ਅਸੀਂ ਉਸ ਨੂੰ ਅੱਗ ਲਾਉਂਦੇ ਹਾਂ, ਠੀਕ ਹੈ ਜੀ, ਬਾਹਰ ਨਿਕਲਦੀ ਹੈ ਗੈਸ ਚੁੱਲ੍ਹੇ ਰਾਹੀਂ, ਜਦੋਂ ਉਹਨੂੰ ਅੱਗ ਲਾਉਂਦੇ ਹਾਂ ਤਾਂ ਉੱਥੇ ਗਰਮੀ ਪੈਦਾ ਹੋ ਜਾਂਦੀ ਹੈ। ਗਰਮੀ ਪੈਦਾ ਹੁੰਦੀ ਹੈ ਤੇ ਉਹਦੇ ਨਾਲ ਰੋਸ਼ਨੀ ਪੈਦਾ ਹੁੰਦੀ ਹੈਗੀ। ਦੇਖੋ ਜੀ, ਇੱਥੇ ਜਦੋਂ ਨਿਹਾਰਿਕਾ ਦੇ ਵਿੱਚ ਗਰਮੀ ਤੇ ਰੋਸ਼ਨੀ ਪੈਦਾ ਹੋ ਜਾਂਦੀ ਹੈ ਤਾਂ ਇਹ ਇੱਕ ਸਟਾਰ ਬਣ ਜਾਂਦਾ ਹੈ। ਹੁਣ ਇਹਦੇ ਵਿੱਚ ਜਿਹੜੇ ਗੈਸਿਸ ਨੇ, ਹਾਈਡਰੋਜਨ ਤੋਂ ਹੀਲੀਅਮ ਦਾ ਮਿਸ਼ਰਣ ਹੁੰਦਾ ਹੈ,
ਇਹ ਕਿਸ ਅਵਸਥਾ ਵਿੱਚ ਹੁੰਦਾ ਜੀ? ਜਿਹੜੇ ਇਹਦੇ ਵਿੱਚ ਈਂਧਨ ਜਦੋਂ ਮੱਚ ਰਿਹਾ ਹੁੰਦਾ, ਈਂਧਨ ਜਿਹੜਾ ਫਿਊਲ ਮੱਚ ਰਿਹਾ ਹੁੰਦਾ, ਇਹ ਕਿਸ ਅਵਸਥਾ ਵਿੱਚ ਹੁੰਦਾ ਹੈ? ਇਹ ਹੁੰਦਾ ਜੀ ਪਲਾਜ਼ਮਾ ਦੇ ਵਿੱਚ। ਦੇਖੋ ਪਲਾਜ਼ਮਾ। ਹੁਣ ਪਲਾਜ਼ਮਾ ਕੀ ਹੁੰਦਾ ਹੈ? ਪਲਾਜ਼ਮਾ ਇੱਕ ਇਹੋ ਜਿਹਾ ਪਦਾਰਥ ਹੈ ਜਿਹੜਾ ਕਿ ਨਾ ਤਾਂ ਉਹ ਠੋਸ ਹੈ, ਨਾ ਹੀ ਉਹ ਦਰਵ ਹੈ, ਤੇ ਨਾ ਹੀ ਉਹ ਗੈਸ ਹੈ। ਜਿਵੇਂ ਆਪਾਂ ਉਦਾਹਰਨ ਦੇ ਤੌਰ ਤੇ ਲਈਏ, ਫੈਵੀਕੋਲ ਹੋ ਗਿਆ। ਫੈਵੀਕੋਲ ਪਲਾਜ਼ਮਾ ਹੈ ਨਾ, ਉਹਨੂੰ ਆਪਾਂ ਢੇਰੀ ਕਰ ਦਈਏ, ਰੁੜਦਾ ਵੀ ਹੈ ਨਹੀਂ ਦੂਰ ਤੱਕ, ਜਿਵੇਂ ਪਾਣੀ ਫੈਲ ਜਾਂਦਾ ਹੈਗਾ ਇਸ ਤਰੀਕੇ ਨਾਲ। ਉਹ ਆਪਾਂ ਐਂ ਚੱਕ ਵੀ ਨਹੀਂ ਸਕਦੇ ਉਸ ਨੂੰ ਹੱਥ ਨਾਲ। ਠੀਕ ਹੈ ਜੀ। ਦੁੱਧ ਦੇ ਉੱਪਰ ਜਿਹੜੀ ਮਲਾਈ ਹੈ ਜਿਹੜੀ, ਇਹ ਪਲਾਜ਼ਮਾ ਦਾ ਰੂਪ ਹੈ। ਔਰ ਜਵਾਲਾਮੁਖੀ ਜਦੋਂ ਫਟਦਾ ਹੈ, ਜਵਾਲਾਮੁਖੀ ਦੇ ਵਿੱਚੋਂ ਜੋ ਲਾਵਾ ਨਿਕਲਦਾ ਹੈ ਉਹ ਪਲਾਜ਼ਮਾ ਹੁੰਦਾ ਹੈ। ਦੇਖੋ ਸੂਰਜ ਇੱਕ ਤਾਰਾ ਹੈ। ਤਾਰੇ ਦੇ ਵਿੱਚ ਜੋ ਗਰਮੀ ਹੈ, ਜੋ ਅੱਗ ਹੈ ਜਿਹੜੀ ਮੱਚ ਰਹੀ ਹੈ, ਠੀਕ ਹੈ ਜੀ, ਉਹ ਇੱਕ ਪਲਾਜ਼ਮਾ ਦੀ ਅਵਸਥਾ ਵਿੱਚ ਹੈ, ਉਹ ਪਲਾਜ਼ਮਾ ਹੈ। ਹੁਣ ਤੁਸੀਂ ਦੱਸੋ, ਜੇਕਰ ਤੁਹਾਨੂੰ ਮੰਨ ਲਓ ਇਹੋ ਜਿਹੀ ਡਰੈਸ ਬਣ ਜੇ, ਇਹੋ ਜਿਹੇ ਕੱਪੜੇ ਬਣ ਜਾਣ ਜਿਹੜੇ ਤੁਹਾਨੂੰ ਪਵਾ ਦਈਏ ਬਈ ਤੁਸੀਂ ਸੂਰਜ ਤੇ ਜਾ ਸਕਦੇ ਹੋ, ਪਰ ਤੁਹਾਨੂੰ ਕੋਈ ਗਰਮੀ ਨਹੀਂ, ਤਾਂ ਉੱਥੇ ਤੁਸੀਂ ਕੀ ਕਰੋਗੇ? ਉਹਦੇ ਉੱਤੇ ਖੜੇ ਰਹੋਗੇ ਸੂਰਜ ਦੇ ਉੱਪਰ, ਜਾਂ ਜਿਵੇਂ ਪਾਣੀ ਵਿੱਚ ਤੈਰਨ ਲੱਗ ਜਾਂਦੇ ਨੇ ਇਸ ਤਰੀਕੇ ਨਾਲ ਤੁਸੀਂ ਕਰੋਗੇ, ਤੈਰਨ ਲੱਗ ਜਾਓਗੇ, ਜਾਂ ਫਿਰ ਉਹਦੇ ਵਿੱਚ ਧਸ ਜਾਓਗੇ? ਕਿਵੇਂ ਦਾ ਮਹਿਸੂਸ ਹੋਊਗਾ? ਠੀਕ ਹੈ ਜੀ। ਉਹ ਪਲਾਜ਼ਮਾ ਹੈ, ਉਹਦੇ ਵਿੱਚ ਤੁਸੀਂ ਧਸ ਜਾਓਗੇ। ਇਹ ਚੀਜ਼ ਹੈ ਪਲਾਜ਼ਮਾ। ਜੇ ਆਪਾਂ ਕਹੀਏ ਇਹ ਸੋਲਿਡ, ਠੋਸ ਤੇ ਲਿਕੁਇਡ, ਇਹਨਾਂ ਦਾ ਕੰਬੀਨੇਸ਼ਨ ਹੁੰਦਾ। ਠੀਕ ਹੈ ਜੀ। ਦੇਖੋ ਨਿਹਾਰਿਕਾ ਦੇ ਵਿੱਚੋਂ ਆਪਣੇ ਇਹਦੇ ਵਿੱਚੋਂ ਤਾਂ ਆਪਾਂ ਨੂੰ ਕੋਈ ਕੁਐਸਚਨ ਆਉਣਾ ਹੀ ਨਹੀਂ ਕਿਸੇ ਵੀ ਤਰ੍ਹਾਂ ਦਾ। ਸੋਨੂੰ ਕੁਐਸਚਨ ਸ਼ੁਰੂ ਹੋਣੇ ਆ ਜੀ ਨਿਹਾਰਿਕਾ ਤੋਂ। ਨਿਹਾਰਿਕਾ ਤੋਂ ਸਟਾਰ ਵੱਲ ਜਿਹੜਾ ਤਾਰਾ ਬਣਦਾ ਹੈ। ਨਿਹਾਰਿਕਾ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ਾਂ ਕੀ ਨੇ? ਜੇ ਆਪਾਂ ਪੁੱਛੀਏ ਜੀ, ਜੇ ਤੁਹਾਨੂੰ ਪੁੱਛਿਆ ਜਾਵੇ, ਇੱਕ ਮਿੰਟ ਜੀ, ਤਾਰੇ ਦੇ ਅੰਦਰ ਫਿਊਲ ਹੈ ਜਿਹੜਾ ਈਂਧਨ ਹੈ ਉਹ ਕੀ ਹੁੰਦਾ ਹੈ? ਉਹ ਕੀ ਹੈ? ਹਾਈਡਰੋਜਨ ਤੋਂ ਹੀਲੀਅਮ ਦਾ ਮਿਸ਼ਰਣ ਹੈ ਜਿਹੜਾ, ਉਸ ਕਰਕੇ ਹੁੰਦਾ ਹੈ। ਕਿਸ ਅਵਸਥਾ ਵਿੱਚ ਹੁੰਦਾ ਹੈ? ਉਹ ਪਲਾਜ਼ਮਾ ਦੀ ਅਵਸਥਾ ਵਿੱਚ ਹੁੰਦਾ ਹੈ। ਦੇਖੋ ਸਭ ਤੋਂ ਪਹਿਲਾਂ ਵਿਰਲੀਆਂ ਗੈਸਾਂ ਦੂਰ ਦੂਰ ਹੁੰਦੀਆਂ ਨੇ, ਗ੍ਰੈਵਿਟੇਸ਼ਨ ਦੇ ਕਾਰਨ ਉਹ ਨੇੜੇ ਆ ਜਾਂਦੀਆਂ ਨੇ। ਨੇੜੇ ਆਉਣ ਦੇ ਕਾਰਨ ਉਹਨਾਂ ਦੇ ਵਿੱਚ ਬਲਾਸਟ ਹੋ ਜਾਂਦਾ ਹੈ, ਅੱਗ ਲੱਗ ਜਾਂਦੀ ਹੈ, ਜਿਸ ਕਰਕੇ ਉਹ ਅੱਗ ਦੇ ਨਾਲ ਗਰਮੀ ਪੈਦਾ ਹੁੰਦੀ ਹੈ, ਨਾਲੇ ਰੋਸ਼ਨੀ ਪੈਦਾ ਹੁੰਦੀ ਹੈ। ਔਰ ਗਰਮੀ ਤੇ ਰੋਸ਼ਨੀ ਜਿਸ ਕੋਲ ਆ ਜਾਂਦੀ ਹੈ ਉਸ ਨੂੰ ਅਸੀਂ ਸਟਾਰ ਕਹਿੰਦੇ ਹਾਂ, ਤਾਰਾ ਕਹਿੰਦੇ ਹਾਂ। ਹੁਣ ਇਹ ਸੀ ਤਾਰੇ ਤੱਕ ਦਾ ਪ੍ਰੋਸੈਸ। ਦੇਖੋ ਇੱਕ ਚੀਜ਼ ਸਾਨੂੰ ਇਹ ਸਮਝਣੀ ਪੈਣੀ ਹੈ, ਇਹ ਅੰਡਰਸਟੂਡ ਹੈ ਕਿ ਜੋ ਚੀਜ਼ ਪੈਦਾ ਹੋਈ ਹੈ, ਜੋ ਚੀਜ਼ ਪੈਦਾ ਹੋਈ ਹੈ ਉਸ ਦਾ ਇੱਕ ਦਿਨ ਅੰਤ ਵੀ ਹੋਣਾ ਹੈ। ਐਸੇ ਤਰੀਕੇ ਨਾਲ ਆਪਣਾ ਜਿਹੜਾ ਸਟਾਰ ਹੈ, ਜਿਹੜਾ ਤਾਰਾ ਹੈ ਆਪਣਾ, ਇਸ ਦਾ ਵੀ ਇੱਕ ਦਿਨ ਅੰਤ ਹੁੰਦਾ ਹੈ। ਉਹ ਕਿਵੇਂ ਹੁੰਦਾ ਹੈ? ਠੀਕ ਹੈ ਜੀ। ਤੁਸੀਂ ਕੀ ਸੋਚ ਰਹੇ ਹੋ ਬਈ ਕਿ ਸੂਰਜ ਵੀ ਇੱਕ ਤਾਰਾ ਹੈ ਜਿਹੜਾ ਕਿ ਸਨ, ਬਈ ਇਹਦਾ ਵੀ ਅੰਤ ਹੋ ਜਾਊਗਾ? ਬਿਲਕੁਲ ਹੋਊਗਾ। ਕਿਉਂ? ਸੂਰਜ ਦੀ ਜਿਹੜੀ ਉਮਰ ਹੈ ਜੀ ਉਹ ਹੈਗੀ ਹੈ 10 ਅਰਬ ਸਾਲ। 10 ਅਰਬ ਸਾਲ ਇਹ ਸੂਰਜ ਦੀ ਉਮਰ ਹੈ, ਤੇ ਸੂਰਜ ਨੂੰ 5 ਅਰਬ ਸਾਲ ਹੋ ਗਏ। ਸੂਰਜ ਦੀ ਜਿਹੜੀ ਉਮਰ ਹੁਣ ਤੱਕ ਹੋ ਚੁੱਕੀ ਹੈ ਉਹ 5 ਅਰਬ ਸਾਲ ਦੀ ਉਮਰ ਹੋ ਗਈ। ਸਾਲ, ਚਲੋ 5 ਅਰਬ ਸਾਲ ਜਿਹੜੀ ਇਹਦੀ ਉਮਰ ਹੋ ਚੁੱਕੀ ਹੈ ਸੂਰਜ ਦੀ।
ਤੇ ਬਾਕੀ ਜਿਹੜੇ ਰਹਿੰਦੇ ਨੇਗੇ 5 ਅਰਬ ਸਾਲਾਂ ਬਾਅਦ ਸੂਰਜ ਵੀ ਖਤਮ ਹੋ ਜਾਊਗਾ। ਐਸੇ ਤਰੀਕੇ ਨਾਲ ਹੀ ਜਿਵੇਂ ਕਿ ਇੱਕ ਤਾਰਾ ਖਤਮ ਹੋ ਜਾਂਦਾ ਹੈ। ਤਾਰਾ ਅਗਲੇ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਛੋਟਾ ਤਾਰਾ ਕੀ ਹੁੰਦਾ ਹੈ, ਵੱਡਾ ਤਾਰਾ ਕੀ ਹੁੰਦਾ ਹੈ, ਤੇ ਇਹ ਸਟਾਰ ਹੈ ਜਿਹੜਾ ਇਹ ਤਾਰਾ ਹੈ ਇਹ ਖਤਮ ਕਿਵੇਂ ਹੁੰਦਾ ਹੈ। ਜਿਹੜਾ ਛੋਟਾ ਸਟਾਰ ਹੁੰਦਾ, ਛੋਟਾ ਤਾਰਾ ਹੁੰਦਾ ਹੈ, ਇਹ ਕਿਵੇਂ ਖਤਮ ਹੁੰਦਾ ਹੈ, ਤੇ ਜਿਹੜਾ ਵੱਡਾ ਸਟਾਰ ਹੈ ਉਹ ਕਿਵੇਂ ਖਤਮ ਹੁੰਦਾ ਹੈ, ਬਲੈਕ ਹੋਲ ਕਿਵੇਂ ਬਣਦਾ ਹੈ। ਇਹ ਚੀਜ਼ਾਂ ਸਾਰੀਆਂ ਆਪਾਂ ਅਗਲੇ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ, ਧੰਨਵਾਦ।